इस वेले की वड्डी खबर अकाली दल के सीनियर आगू बिक्रम मजीठिया नाल जुड़ी हुई सामने आ रही है। बिक्रम मजीठिया नूं जमानत मिल चुकी सी। जमानत मिलण तो बाद अज सिट दे कोल बिक्रम मजीठिया पेश होए। पेश होने तो बाद बिक्रम मजीठिया दे वल्लों कहा गया कि पुछगिछ की गई है। तकरीबन 2.5 घंटे बिक्रम मजीठिया की मुलाकात हुई है। 2.5 घंटे पुछगिछ की गई है। सिट दे वल्लों बिक्रम मजीठिया तो 2.5 घंटे पुछगिछ होने तो बाद बिक्रम मजीठिया का की कहना है तुहानूं सुणाने आ। उन्हां दे पूरे तसल्ली बख्श उन्हां नूं जवाब दिते और उन्हां नूं ये भी रिक्वेस्ट की कि ये जिहड़ी FIR हुई है ये सारी तुसीं जानदे हो कि सिद्धार्थ चट्टोपाध्याय ने ਇਹਦੇ ਆਰਡਰ ਕੀਤੇ ਸੀ। ਉਹ 20 ਦਿਨਾਂ ਦੇ ਇਕੱਲੇ DGP ਰਹੇ ਔਰ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਜਿਹਦੇ 'ਚ ਉਹਨਾਂ ਨੇ ਆਪ ਕਿਹਾ ਕਿ ਹਾਂ ਚਟੋਪਾਧਿਆय ਨੂੰ ਮੈਂ ਲਵਾਇਆ, AG ਨੂੰ ਮੈਂ ਬਦਲਾਇਆ। ਮੈਂ ਇਹ ਵੀ SIT ਨੂੰ ਰਿਕੁਐਸਟ ਕੀਤੀ कि जिथे PPCC कांग्रेस के प्रधान के बयान या सुखी रंधावे के बयान होम मिनिस्टर के मेरे खिलाफ की वो मेरे प्रति नफरत रखते हैं या चन्नी साहब दे, ये जरूर सारी गल नूं भी SIT विचारे कि FIR जिहड़ी दर्ज हुई है वो सारे केसां दे ट्रायल कोर्ट ने करते हैं। 19 च फैसले आ गए, ਜਿਹੜੇ ਬਰੀ ਹੋਣੇ ਸੀ ਉਹਨਾਂ ਨੂੰ ਬਰੀ ਕਰਤਾ, ਜਿਨ੍ਹਾਂ ਨੂੰ ਸਜ਼ਾ ਹੋਣੀ ਸੀ ਸਜ਼ਾ ਹੋ ਗਈ। ਸੋ ਹਾਈ ਕੋਰਟ ਲੋਅਰ ਕੋਰਟ ਦੇ ਫੈਸਲਿਆਂ ਤੋਂ ਬਾਅਦ ਇਹ ਪਰਚਾ ਦਰਜ ਹੋਣਾ ਕੀ ਇਹ ਸਿਆਸੀਕਰਨ ਤਾਂ ਨਹੀਂ। ਦੂਜੀ ਗੱਲ ਮੈਂ ਨਾਲ ਹੀ ਉਹਨਾਂ ਨੂੰ ਕਿਹਾ ਕਿ ਆਨਰੇਬਲ ਹਾਈ ਕੋਰਟ ਡਬਲ ਬੈਂਚ ਜਸਟਿਸ ਸੂਰਿਆਕਾਂਤ ਜੀ ਉਹਨੂੰ ਹੈੱਡ ਕਰਦੇ ਸੀ। ਇਹ ਸਾਰੀ ਐਲੀਗੇਸ਼ਨ ਕਿਉਂਕਿ ਜਿਹੜੇ ਬਿਆਨ ਨੇ ਬਾਰ-ਬਾਰ ਇਹ 14 ਦੇ ਬਿਆਨ ਨੇ, ਅੱਜ 22 'ਚ ਆਪਾਂ ਇਹ ਸਾਰੇ ਬਿਆਨਾਂ ਨੂੰ ਲੈ ਕੇ ਲੋਕ ਹਾਈ ਕੋਰਟ ਗਏ। CWP 88 2014 ਦੀ 10 ਚਲਾਨ ਪੇਸ਼ ਹੋਏ। ਆਨਰੇਬਲ ਹਾਈ ਕੋਰਟ ਨੇ ਇੱਕ ਇੰਡੀਪੈਂਡੈਂਟ SIT ਬਣਾਈ। ਅੱਜ ਜਿਹੜੇ SIT ਦੇ ਅਫਸਰ ਮੈਨੂੰ ਪੁੱਛ ਰਹੇ ਸੀ ਉਹਨਾਂ ਦਾ ਰੈਂਕ ਹੈ DSP। ਉਹ SIT ਜਿਹੜੀ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਬਣਾਈ ਸੀ ਉਹ ਅੱਜ ADGP ਅਫਸਰ ਲੱਗੇ, ਉਸ ਵੇਲੇ IG ਸਨ। ਈਸ਼ਵਰ ਸਿੰਘ ਜੀ, V ਨੀਰਜਾ ਜੀ, ਨਗੇਸ਼ਵਰ ਰਾਓ ਜੀ, ਉਹਨਾਂ ਨੇ 10 ਚਲਾਨ ਪੇਸ਼ ਕੀਤੇ ਅੰਡਰ ਹਾਈ ਕੋਰਟ ਸੁਪਰਵਿਜ਼ਨ। ਉਹਨਾਂ ਦੇ ਚਲਾਨ ਪੇਸ਼ ਹੋਏ, ਕੀ ਹੋਇਆ ਔਰ ਹਾਈ ਕੋਰਟ ਨੇ ਉਹਨਾਂ ਨੂੰ ਸਕੋਪ ਕੀ ਦਿੱਤਾ ਸੀ ਕਿ ਸਾਰੇ ਮੈਟਰ ਨੂੰ ਇਨਵੈਸਟੀਗੇਟ ਕਰੋ, ਰੀ-ਇਨਵੈਸਟੀਗੇਟ ਕਰੋ, फर्दर इन्वेस्टिगेट करो। क्योंकि जेडे लोग हाई कोर्ट गए सी वो लैके गए सी कि सानू इहदे च फलाने फलाने खदशा ने, ये बयान भी उत्थे रखे गए कि साडी सुनवाई नहीं सच हुई। तो हाई कोर्ट ने ऑनरेबल हाई कोर्ट ने कहा कि जेडे गलत फसाए गए हैं वो कढ़ दो, जेडे नहीं फसाए गए, जेडे फसने चाहिए, जिन्हां दे खिलाफ प्रूफ है वो विच लै लो। सो सारी गल इन्वेस्टिगेट हुई। ਉਹਨਾਂ ਚਲਾਨਾਂ 'ਚ ਵੀ ਕਿਥੇ ਨਹੀਂ ਆਇਆ। ਟਰਾਇਲ ਚੱਲਿਆ ਉਹਦੇ 'ਚ ਵੀ ਕਿਥੇ ਨਹੀਂ ਆਇਆ ਇਹ ਸਾਰਾ ਕੰਮ ਮੇਰੇ ਖਿਲਾਫ ਕੋਈ ਗੱਲ। ਉਸ ਤੋਂ ਬਾਅਦ ਇੱਕ STF ਬਣਦੀ ਹੈ ਹਰਪ੍ਰੀਤ ਸਿੱਧੂ ਦੀ। ਹੁਣ ਕਾਨੂੰਨ ਦਾ ਪਹਿਲਾ ਸਫਾ ਕੀ ਕਹਿੰਦਾ ਕਿ ਕੋਈ ਰਿਸ਼ਤੇਦਾਰ ਕਿਸੇ ਰਿਸ਼ਤੇਦਾਰ ਦੀ ਇਨਕੁਆਇਰੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਜੇ ਬਣਦੀ ਆ ਉਹਦੇ ਹੱਕ 'ਚ ਕਰ ਦੂ, ਜੇ ਨਹੀਂ ਬਣਦੀ ਤੇ ਉਲਟ ਕਰ ਦੂ, ਇਹੀ ਹੋ। ਮਗਰ ਉਹਨਾਂ ਨੇ ਕੀਤੀ कि उन्होंने दसिया कि साडे परिवारां दा रौला की, अज मैं दस के आया सारी गल, फिर दस दूँ तुहानूं। उस तो बाद क्योंकि इस SIT ने हाई कोर्ट अगे सच रखना है, पंजाब सरकार ने जिहड़ी ओहदी रिपोर्ट है ADGP दी वो सुपरसीड हुई। उदों बाद एक रिपोर्ट आई जिहड़े सीनियर मोस्ट अफसर दी आई DGP दी और उस वेले दे होम सैकटरी साहब दी। वो रिपोर्ट भी तुसी रिकॉर्ड ते लियाओ, क्योंकि जे सारा कुछ रिकॉर्ड ते आऊ तो फिर सच अपने आप सामने आ जू। क्योंकि जो ये काम कर रहे हैं
मतलब कि ਇਹਨਾਂ ਦੇ ਜਿਹੜੇ ਸੀਨੀਅਰ ਅਫਸਰ ਨੇ ਹਾਈ ਕੋਰਟ ਮੋਨੀਟਰਡ ਕੰਮ ਕੀਤਾ ਜਾਂ ਰਿਪੋਰਟਾਂ ਦਿੱਤੀਆਂ, ਕੀ ਉੱਤੇ ਭਰੋਸਾ ਨਹੀਂ? ਔਰ ਤੁਸੀਂ ਈਡੀ ਦੇ ਬਿਆਨਾਂ ਦੀ ਗੱਲ ਕਰਦੇ ਹੋ। ਈਡੀ ਆਪ ਇੱਕ ਇੰਡੀਪੈਂਡੈਂਟ ਅਦਾਰਾ, ਉਹਨਾਂ ਨੇ ਆਪ ਦੀ ਇਨਵੈਸਟੀਗੇਸ਼ਨ ਕੀਤੀ। ਔਰ ਜਿਹੜੇ ਬੰਦੇ ਦੇ ਇਹ ਆਈਓ ਦੀ ਗੱਲ ਕਰਦੇ ਉਹਦਾ ਚਾਰਜ ਸ਼ੀਟ ਹੋ ਗਿਆ ਫॉर ਕਰਪਸ਼ਨ, ਉਹ ਤੇ ਵੱਡੀ ਗੱਲ ਆ, ਉਹ ਵੀ ਵਿਚਾਰ ਅਧੀਨ ਲਿਆਓ। ਔਰ ਉਸ ਤੋਂ ਬਾਅਦ ਈਡੀ ਨੇ ਆਪ ਦੀ ਸਟੇਟਸ ਰਿਪੋਰਟ ਏਜੀ ਮਸੀਹ ਸਾਹਿਬ ਦੀ ਬੈਂਚ ਅੱਗੇ ਦਿੱਤੀ ਹੈ ਕਿ ਜੇ ਤੁਸੀਂ ਐਸਆਈਟੀ ਸਿਆਸੀ ਕਰਨ ਤੋਂ ਉੱਤੇ ਉੱਠ ਕੇ ਸਹੀ ਪੱਖ ਰੱਖਣਾ ਚਾਹੁੰਦੀ ਹੈ, ਫਿਰ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਚੀਜ਼ਾਂ ਵਿਚਾਰ ਕੇ ਫਿਰ ਸਾਹਮਣੇ ਕੋਰਟ ਦੇ ਅੱਗੇ ਰੱਖਣ ਤੇ ਸੱਚ ਦੀ ਜਿੱਤ ਹੋਊਗੀ, ਸੱਚ ਸਾਹਮਣੇ ਆਊਗਾ। ਔਰ ਜਿਹੜਾ ਇਨਡਿਸਪਿਊਟੇਬਲ ਫੈਕਟਸ ਨੇ, ਲੋਅਰ ਕੋਰਟ ਦੇ ਫੈਸਲੇ, ਹਾਈ ਕੋਰਟ ਦੇ ਫੈਸਲੇ, ਇਨਕੁਆਇਰੀਆਂ, ਇਹ ਕਿਸੇ ਤੋਂ ਲੁਕੀ ਛੁਪੀਆਂ ਤਾਂ ਹੈ ਨਹੀਂ। ਇਸ ਲਈ ਇਹ ਲੰਮੀ ਚੌੜੀਆਂ ਫੁੱਲੀ ਕੋਆਪਰੇਸ਼ਨ ਦਾ ਮੈਂ ਵਿਸ਼ਵਾਸ ਦਿਵਾਇਆ। ਔਰ ਮੈਂ ਇਹਨਾਂ ਨੂੰ ਕਿਤਾਬ ਦਾ ਨੰਬਰ ਵੀ ਦੇ ਦਿੱਤਾ ਕਿਉਂਕਿ ਹਾਈ ਕੋਰਟ ਦੇ ਆਰਡਰ ਸਨ ਕਿ ਜੋ ਆਰਡਰ ਸੀ ਉਹਦੀ ਪੂਰੀ ਪਾਲਣਾ ਕੀਤੀ ਜਾਏ। ਠੀਕ ਹੈ ਜੀ, ਥੈਂਕ ਯੂ। ਕੁਝ ਹੋਰ ਹੋਰ ਡਾਇਰੈਕਸ਼ਨਸ ਦਿੱਤੀਆਂ ਗਈਆਂ, ਹੋਰ ਡਾਇਰੈਕਸ਼ਨਸ ਦਿੱਤੀਆਂ ਗਈਆਂ, ਦੁਬਾਰਾ ਨਹੀਂ ਬੁਲਾਇਆ ਜੀ? ਕੋਈ ਗੱਲ ਯਾਰ ਇਸ ਤਰ੍ਹਾਂ ਹੈ, ਇੱਕ ਮਿੰਟ ਆ ਜਾ ਯਾਰ, ਇੱਕ ਮਿੰਟ। ਸਿਆਸੀ ਤੌਰ ਤੇ ਤੁਸੀਂ ਹੋਰ ਜੋ ਵੀ ਮੈਂ ਕਿਹਾ ਸੱਚ ਸਾਹਮਣੇ ਆਵੇ। ਕਿਵੇਂ ਜਿਹੜਾ ਡੀਜੀਪੀ ਤੁਸੀਂ ਸਮਝੋ ਕੇਪੇਬਲ, ਯੂਪੀਐਸਸੀ ਨੇ ਉਹਨੂੰ ਇਨਕੰਪੀਟੈਂਟ ਸਮਝਿਆ, ਉਹਨੂੰ ਇਸ ਲਾਇਕ ਨਹੀਂ ਸਮਝਿਆ ਕਿ ਉਹਦਾ 3 ਮੈਂਬਰੀ ਪੈਨਲਾਂ 'ਚ ਆਉਣਾ ਚਾਹੀਦਾ। ਉਹਨੂੰ ਡੀਜੀਪੀ, ਉਹਨਾਂ ਦਾ ਸ਼ਾਰਟ ਲਿਸਟਡ ਨੇਮ ਆਇਆ ਨਹੀਂ ਪੈਨਲ 'ਚ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰ ਸਕਦਾ ਜਿਹੜਾ ਬੰਦਾ। ਮੈਂ ਤਾਂ ਬੜੀ ਛੋਟੀ ਚੀਜ਼ ਆ, ਮਗਰ ਤੁਸੀਂ ਸੱਚਾਈ ਸਾਹਮਣੇ ਹੁਣ ਕੋਰਟ ਦੇ ਅੱਗੇ ਰੱਖਣੀ ਹੈ। ਇਸ ਲਈ ਸਾਰੀ ਜੋ ਕੁਝ ਮਦਦ ਦੀ ਲੋੜ ਹੈ, ਜੋ ਮੇਰੇ ਵੱਲੋਂ ਫੁੱਲ ਕੋਆਪਰੇਸ਼ਨ ਹੋਊਗੀ। ਔਰ ਇਹ ਸਿਆਸੀ ਸਾਜ਼ਿਸ਼ ਪਿੱਛੇ ਕੌਣ ਸੀ, ਕਿਵੇਂ ਮੀਟਿੰਗ ਚੰਨੀ ਸਾਹਿਬ ਦੇ ਘਰ 'ਚ ਹੁੰਦੀਆਂ ਸੀ, ਕਿਵੇਂ ਹੋਮ ਮਿਨਿਸਟਰ ਸੁਖੀ ਰੰਧਾਵਾ ਜੀਰਾ ਐਮਐਲਏ ਉੱਥੇ ਹਾਜ਼ਰ ਰਹਿੰਦਾ ਸੀ, ਕਿਵੇਂ ਆਦੇਸ਼ ਦਿੱਤੇ ਜਾਂਦੇ ਸੀ। ਇੱਕ ਇਨਵੈਸਟੀਗੇਸ਼ਨ ਹੁੰਦੀ ਹੈ, ਪੁਲਿਸ ਫ੍ਰੀ ਐਂਡ ਫੇਅਰ ਕਰੇ। ਇੱਕ ਹੋਵੇ ਕਿ ਤੁਹਾਨੂੰ ਸੀਐਮ ਦੱਸੇ ਕਿ ਆ ਦੇਣਾ ਹੀ ਦੇਣਾ ਪਰਚਾ, ਕਿਉਂਕਿ ਐਲਾਨ ਤਾਂ ਪਹਿਲਾਂ ਹੋ ਰਹੇ ਸੀ, ਉਹ ਵੀ ਲਿਆਓ ਸਾਹਮਣੇ ਕਿ ਉਹ ਸਾਰੇ ਰਿਕਾਰਡ ਸੀਲ ਕਰੋ, ਇਹਨਾਂ ਦੇ ਮੋਬਾਈਲ ਰਿਕਾਰਡਸ ਔਰ ਸਾਰੇ ਸੀਸੀਟੀਵੀ ਰਿਕਾਰਡਿੰਗ ਜਿੱਥੇ ਜਿੱਥੇ ਅੱਡ ਥਾਵਾਂ ਤੇ ਇਹ ਮੀਟਿੰਗਾਂ ਹੋਈਆਂ ਨੇ, ਇਹ ਵੀ ਲਿਆਓ ਸਾਹਮਣੇ। ਦੁਬਾਰਾ ਨਹੀਂ ਬੁਲਾਇਆ ਜੀ? ਹਾਂਜੀ, ਦੁਬਾਰਾ ਕਦੋਂ ਹੋਏਗੀ ਸਰ? ਉਹ ਭਰਾ ਤੁਹਾਨੂੰ ਪਹਿਲਾਂ ਪਤਾ ਲੱਗੂ, ਮੈਨੂੰ ਮਗਰੋਂ ਪਤਾ ਲੱਗੂ। ਹੋਰ ਦੱਸੋ ਸਰ, ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪੰਜਾਬ ਮਾਡਲ ਪੇਸ਼ ਕੀਤਾ, ਕਿਹਾ ਕਿ ਇਹੋ ਜਿਹਾ ਮਾਡਲ ਹੋਊਗਾ ਜਿਹਦੇ ਕਰਕੇ ਜਿਹੜਾ ਕੈਨੇਡਾ ਵਗੈਰਾ ਹੋਰ ਕੰਟਰੀਜ਼ 'ਚ ਜਿਹੜਾ ਯੂਥ ਗਿਆ ਉਹ ਸਾਰਾ ਜਿਹੜਾ ਕਿ ਵਾਪਸ ਪੰਜਾਬ ਆ ਜਾਊਗਾ। ਮੇਰਾ ਵੀਰ, ਕੇਜਰੀਵਾਲ ਸਾਹਿਬ ਨੂੰ 7 ਸਾਲ ਹੋ ਗਏ ਦਿੱਲੀ, ਔਰ ਦਿੱਲੀ ਦੇ 'ਚ ਤਾਂ ਇਹ ਜਿਹਾ ਕੋਈ ਮਾਡਲ ਨਹੀਂ ਪੇਸ਼ ਹੋਇਆ ਕਿ ਜਿਹੜਾ ਪੰਜਾਬੀ ਕੈਨੇਡਾ ਜਾਣ ਤੋਂ ਰੁਕਿਆ। ਜੇ ਐਡਾ ਵਧੀਆ ਮਾਡਲ ਹੁੰਦਾ ਤੇ ਦਿੱਲੀ ਚਲੇ ਜਾਂਦਾ, ਮਾਪੇ ਵੀ ਖੁਸ਼ ਰਹਿੰਦੇ ਕਿ ਨਿਆਣਾ ਸਾਡੇ ਨੇੜੇ ਆ। ਇੱਕ ਨਿਆਣੇ ਨੂੰ 15-20 ਲੱਖ ਖਰਚਣਾ ਵੀ ਨਾ ਪੈਂਦਾ। ਇਸ ਲਈ ਇਹ ਜਿਹੜੇ ਸਾਰੇ ਮਾਡਲ ਨੇ ਨਾ, ਇੱਕ ਤਾਂ ਠੋਕੋ ਤਾਲੀ ਦਾ ਖਟਾਰਾ ਮਾਡਲ ਹੋ ਗਿਆ, ਬੱਕਰੀ ਮਾਡਲ ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਹ ਇੱਕ ਇਹਦਾ ਮਾਡਲ, ਇਹ ਵੀ ਨਟਵਰ ਲਾਲ ਦਾ ਮਾਡਲ ਸਮਝਿਓ, ਇਹ ਅਸਲੀ ਮਾਡਲ ਨਹੀਂ ਹੈ। ਪੰਜਾਬੀਆਂ ਦਾ ਮਾਡਲ, ਮੇਰੀ ਬੇਨਤੀ ਸੁਣ ਲਓ, ਪੰਜਾਬੀਆਂ ਦਾ ਮਾਡਲ ਆਪਣੇ ਕਿਸਮ ਦਾ। ਔਰ ਪੰਜਾਬੀ ਆਪ ਦਾ ਮਤਲਬ ਇਹ ਤਾਂ ਮਾਡਲ ਆਪ ਦਾ ਪੇਸ਼ ਕਰਦੇ ਆ। ਇਹ ਕੇਜਰੀਵਾਲ ਕੀ ਸਮਝੂ ਪੰਜਾਬ ਦੀਆਂ ਮਾਡਲਾਂ ਦੀਆਂ ਗੱਲਾਂ। ਸਾਹਿਬ ਨੇ ਵੀ ਇੱਕ ਮਾਡਲ ਪੇਸ਼ ਕੀਤਾ, ਪਿੱਛੇ ਕੋਈ ਕਿਸੇ ਪੋਲੀਟੀਸ਼ੀਅਨ ਦੀ ਤਸਵੀਰ ਨਹੀਂ ਸੀਗੀ, ਸਿਰਫ ਸਿੱਧੂ ਤੇ ਗਾਂਧੀ ਪਰਿਵਾਰ। ਕੀ ਹੁਣ ਸਿੱਧੂ ਜਿਹੜਾ, ਅੱਛਾ ਮੈਂ ਤੁਹਾਨੂੰ ਗੱਲ ਦੱਸਾਂ, ਠੋਕੋ ਤਾਲੀ ਦਾ ਤਾਂ ਇੱਕੋ ਮਾਡਲ ਹੈ। ਇਹ ਮੰਤਰੀ ਰਿਹਾ 2.5 ਸਾਲ, ਇਹਦੀ ਇੱਕ ਕਾਰਗੁਜ਼ਾਰੀ ਦਾ ਕੰਮ ਕੱਢ ਲਿਓ। ਦੇਖੋ ਬੰਦਾ ਆਪਦੇ ਕੰਮਾਂ ਨਾਲ ਜਾਣਿਆ ਜਾਂਦਾ। ਐਜ਼ ਮਿਨਿਸਟਰ ਜ਼ੀਰੋ ਪਰਫਾਰਮੈਂਸ, ਪਾਵਰ ਮਿਨਿਸਟਰੀ ਮਿਲੀ ਤੇ ਛੱਡ ਕੇ ਮਹਿਕਮਾ ਛੱਡ ਕੇ ਭੱਜ ਗਿਆ। ਜਿਹੜਾ ਮਾਡਲ ਜੇ ਮਾਡਲ ਪਾਰਟੀ ਦਾ ਸੀਗਾ, ਸਿੱਧੂ ਦਾ ਸੀਗਾ, ਕੀ ਲੱਗਦਾ ਤੁਹਾਨੂੰ? ਤੁਹਾਨੂੰ ਕੀ ਲੱਗਦਾ? ਰਾਣਾ ਗੁਰਜੀਤ ਨੇ ਦੱਸਤਾ ਕਿ ਇਹ ਸਾਡਾ ਮਾਡਲ ਨਹੀਂ ਹੈ, ਠੋਕੋ ਤਾਲੀ ਦਾ ਮਾਡਲ ਹੈ, ਇਹ ਖਟਾਰਾ ਮਾਡਲ ਹੈ, ਫੇਲ ਮਾਡਲ ਹੈ, ਬੱਕਰੀ ਮਾਡਲ ਹੈ। ਮੈਂ ਸੋ ਬਿਕਰਮ ਮਜੀਠੀਆ ਦੇ ਨਾਲ 2.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਬਿਕਰਮ ਮਜੀਠੀਆ ਨੇ ਜੋ ਕਿਹਾ ਤੁਸੀਂ ਸੁਣਿਆ। ਹਾਲਾਂਕਿ ਬਿਕਰਮ ਮਜੀਠੀਆ ਨੇ ਇਹ ਨਹੀਂ ਸਾਫ਼ ਕੀਤਾ ਕਿ ਦੁਬਾਰਾ ਪੁੱਛਗਿੱਛ ਕਦੋਂ ਹੋਵੇਗੀ। ਇਹ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਦੋਂ ਵੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ ਅਸੀਂ ਤਿਆਰ ਹਾਂ, ਮੈਂ ਤਿਆਰ ਹਾਂ, ਬਿਲਕੁਲ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਤੇ ਨਾਲ ਹੀ ਇਹ ਵੀ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ, ਭਾਵੇਂ ਕਿ ਉਹਨਾਂ ਨੂੰ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਸੀ। ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਸ਼ਾਨੇ ਸਾਧੇ ਨੇ, ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਨੇ ਬਿਕਰਮ ਮਜੀਠੀਆ ਦੇ ਵੱਲੋਂ,
ਤੇ ਨਾਲ ਹੀ ਕਿਹਾ ਕਿ ਸਿੱਟ ਨੂੰ ਇਹ ਅਪੀਲ ਵੀ ਕੀਤੀ ਆ ਕਿ ਮੁਕੰਮਲ ਤੌਰ ਦੇ ਉੱਤੇ ਨਿਰਪੱਖ ਜਾਂਚ ਕੀਤੀ ਜਾਵੇ। ਹੋਰ ਵੀ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ, ਲਗਾਤਾਰ ਬਣੇ ਰਹੋ।